ਸੰਗਰੂਰ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਆ। ਸਾਰੀਆਂ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਬੜਾ ਤੇਜ਼ ਕਰ ਦਿੱਤਾ ਗਿਆ ਕਿਉਂਕਿ 23 ਜੂਨ ਨੂੰ ਜਿਹੜੇ ਵੋਟਿੰਗ ਹੋਣੀ ਆ ਤੇ 26 ਨੂੰ ਜਿਹੜੇ ਰਿਜ਼ਲਟ ਆਉਣੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਸਿੰਘ ਕੰਗ ਨੇ। ਸਰ, ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੋ, ਕਿਉਂਕਿ ਕਹਿ ਸਕਦੇ ਹਾਂ ਕਿ ਸਾਰੀਆਂ ਪਾਰਟੀਆਂ ਵੱਲੋਂ ਹੀ ਪੂਰੀ ਤਾਕਤ ਜਿਹੜੀ ਉਹ ਲਗਾ ਦਿੱਤੀ ਗਈ ਹੈ। ਮੈਚ ਬੇਹੱਦ ਥੋੜ੍ਹਾ ਸਮਾਂ ਰਹਿ ਗਿਆ, ਇੱਕ ਹਫ਼ਤੇ ਦਾ ਸਮਾਂ ਰਹਿ ਗਿਆ। ਦੇਖੋ, ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਪੰਜਾਬ ਦੀ ਜਿਹੜੀ ਹੈ ਬਾਗਡੋਰ ਦਿੱਤੀ ਸੀ। ਉਹ ਵੱਡੇ ਮੈਂਡੇਟ ਨਾਲ ਦਿੱਤੀ ਹੈ। ਹਾਲਾਂਕਿ ਸੰਗਰੂਰ ਜਿਹੜਾ ਆ ਉਹ ਮਾਨ ਸਾਹਿਬ ਪਹਿਲਾਂ 2 ਵਾਰ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ, ਇਸ ਕਰਕੇ ਪਰਖੇ ਹੋਏ ਆ। ਕਿਉਂਕਿ ਮਾਨ ਸਾਹਿਬ ਦੀ ਛੱਡੀ ਹੋਈ ਸੀਟ ਖਾਲੀ ਹੋਏ ਕਰਕੇ ਇੱਥੇ ਬਾਈ ਇਲੈਕਸ਼ਨ ਹੋ ਰਿਹਾ ਔਰ ਸਾਡੇ ਗੁਰਮੇਲ ਸਿੰਘ ਜੀ ਇਲੈਕਸ਼ਨ ਲੜ ਰਹੇ ਆ। ਸੋ ਅਸੀਂ ਸੰਗਰੂਰ ਦੇ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਵੀ ਪਿਛਲੇ 3 ਮਹੀਨਿਆਂ 'ਚ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ, ਚਾਹੇ ਉਹ ਸਰਕਾਰੀ ਜ਼ਮੀਨਾਂ ਛਡਾਉਣ ਵਾਲੀ ਮੁਹਿੰਮ ਹੈ, ਚਾਹੇ ਕਰਪਸ਼ਨ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਜਿਹਦੇ 'ਚ ਮਾਨ ਸਾਹਿਬ ਨੇ ਆਪਣਾ ਇੱਕ ਵਜ਼ੀਰ ਔਰ ਕਾਂਗਰਸ ਦੇ ਧਰਮਸੋਤ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਆ, ਜਿਸ ਤਰੀਕੇ ਨਾਲ ਕਿਸਾਨਾਂ ਨੂੰ ਡਾਈਵਰਸੀਫਿਕੇਸ਼ਨ ਵਾਸਤੇ ਲੈਣ ਵਾਸਤੇ, ਚਾਹੇ MSP ਦੀ ਗੱਲ, ਮੂੰਗੀ ਤੇ MSP ਦੀ ਗੱਲ, ਸਿੱਧੀ ਬਿਜਾਈ ਵਾਸਤੇ 1500 ਰੁਪਏ ਇਨਸੈਂਟਿਵ ਦੀ ਗੱਲ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਸ਼ੁਰੂਆਤ, ਇੱਕ MLA ਇੱਕ ਪੈਨਸ਼ਨ, ਜਿਹੜਾ ਕਿ ਜਿਸ ਤਰੀਕੇ ਨਾਲ ਪਿਛਲੇ ਸਾਲਾਂ 'ਚ ਕਈ MLA ਪਾਰਟੀਆਂ ਦੇ 9-9 10-10 ਪੈਨਸ਼ਨਾਂ ਲੈ ਰਹੇ ਸੀ। ਪੰਜਾਬ ਦੇ ਖਜ਼ਾਨੇ ਨੂੰ ਪੈਸਾ ਵਾਪਸ ਆਊਗਾ ਔਰ ਸਮਾਨਤਾ ਆਊਗੀ ਸਮਾਜ। ਉਹ ਗੱਲ, ਇਲੀਗਲ ਰੇਤ ਦੀਆਂ ਖੱਡਾਂ ਬੰਦ ਕਰਾਉਣ ਦੀ ਗੱਲ, ਪੰਜਾਬ 'ਚੋਂ ਟਰਾਂਸਪੋਰਟ ਮਾਫੀਏ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਟਰਾਂਸਪੋਰਟ, ਪੰਜਾਬ ਰੋਡ, PRTC ਔਰ ਪਨਬਸ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਦੀ ਕੁਆਲਿਟੀ ਵੀ ਔਰ ਉਹਨਾਂ ਨੂੰ ਇੰਪੋਰਟੈਂਸ ਦੇਣ ਦੀ ਗੱਲ ਹੈ, ਤਾਂ ਕਿ ਪੰਜਾਬ ਦਾ ਖਜ਼ਾਨਾ ਵੀ ਵਧੇ, ਰੈਵਨਿਊ ਵਧੇ ਔਰ ਆਮ ਸਧਾਰਨ ਲੋਕਾਂ ਨੂੰ ਸਸਤੀ ਔਰ ਚੰਗੀ ਸਰਵਿਸ ਦਈਏ। ਸੋ ਤਮਾਮ ਜਿਹੜੇ ਕੰਮ ਜਿਹੜੇ ਮਾਨ ਸਾਹਿਬ ਨੇ ਪਿਛਲੇ 3 ਮਹੀਨਿਆਂ ਸਰਕਾਰ ਨੇ ਸ਼ੁਰੂਆਤ ਕੀਤੇ ਆ ਔਰ ਆਪਣੀ ਇੱਕ ਨੀਤੀ ਔਰ ਨੀਅਤ, ਇੱਕ ਦਿਸ਼ਾ ਜਿਹੜੀ ਆ ਦਿਖਾਈ ਆ, ਉਹਦੇ ਆਧਾਰ 'ਤੇ ਅਸੀਂ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਵੀ ਲੋਕ ਸਭਾ 'ਚ ਵੀ ਤੁਸੀਂ ਗੁਰਮੇਲ ਸਿੰਘ ਨੂੰ ਜਿਤਾਓ ਔਰ ਲੋਕ ਸਭਾ ਮੈਂਬਰ ਪਾਰਲੀਮੈਂਟ ਦੇ ਨਾਤੇ ਔਰ ਪੰਜਾਬ ਦੀ ਔਰ ਸੰਗਰੂਰ ਦੀ ਆਵਾਜ਼ ਚੁੱਕੋ। ਸਰ, ਕਿਵੇਂ ਦੇਖਦੇ ਹੋ, ਕਿਉਂਕਿ 3 ਮਹੀਨਿਆਂ ਦਾ ਸਮਾਂ ਹੋਇਆ, ਪ੍ਰਾਪਤੀਆਂ ਤੁਸੀਂ ਆਪਣੀਆਂ ਗਿਣਾਈਆਂ ਨੇ, ਇਸ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਵੀ ਰਹੇ ਹੋਗੇ। ਵਿਰੋਧੀ ਪਾਰਟੀਆਂ ਦੇ ਕਈ ਸਵਾਲ ਖੜੇ ਕਰਦੀਆਂ। ਪਹਿਲਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ 6 ਮਹੀਨੇ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈਗਾ, ਇਹਨਾਂ ਦੇ ਖਿਲਾਫ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਂਦਾ। ਪਰ ਉਸ ਤੋਂ ਬਾਅਦ ਫਿਰ ਇੱਕੋ ਦਮ ਸਾਰੀਆਂ ਪਾਰਟੀਆਂ ਦੇ ਟਾਰਗੇਟ ਦੇ ਉੱਪਰ ਆਮ ਆਦਮੀ ਪਾਰਟੀ ਆ ਜਾਂਦੀ ਹੈ। ਹੁਣ ਜਿਵੇਂ ਤੁਸੀਂ ਦੇਖਿਆ ਕਿ ਭਾਵੇਂ ਕਿ ਚਲੋ ਹੁਣ ਬਾਈ ਇਲੈਕਸ਼ਨ ਹੈ, ਉਰੇ ਹੋ ਰਹੀ ਹੈ ਕਿ ਸੁਭਾਵਿਕ ਤੌਰ ਦੇ ਉੱਪਰ ਬਣਦਾ ਕਿ ਸਵਾਲ ਖੜੇ ਹੁੰਦੇ ਨੇ, ਪਰ ਜਿਹੜਾ ਵਿਰੋਧ ਪ੍ਰਦਰਸ਼ਨ ਮੁੱਖ ਮੰਤਰੀ ਦੇ ਘਰ ਦੇ ਬਾਹਰ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਸਟਾਰਟ ਹੋ ਗਿਆ ਸੀ, ਲਗਾਤਾਰ ਬੈਠਣਾ ਸੀ। ਕਿਉਂਕਿ ਆਮ ਤੌਰ 'ਤੇ ਕਿਹਾ ਜਾਂਦਾ ਸੀ ਕਿ ਜਦੋਂ ਅਗਰ ਆਮ ਆਦਮੀ ਪਾਰਟੀ ਸਰਕਾਰ ਆਏਗੀ ਤਾਂ ਕਿਸੇ ਨੂੰ ਧਰਨਾ ਨਹੀਂ ਲਾਉਣ ਦਿੱਤਾ ਜਾਏਗਾ। ਆਮ ਤੌਰ 'ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਹੁੰਦੀ ਸੀ ਕਿ ਬੱਚੀਆਂ ਨਹੀਂ ਸਾਡੀਆਂ ਰੁਲਣਗੀਆਂ, ਧੀਆਂ ਭੈਣਾਂ ਚੁੰਨੀਆਂ ਰੁਲਣਗੀਆਂ ਤਾਂ ਕੋਈ ਧਰਨਾ ਨਹੀਂ ਲਾਊਗਾ ਸਾਡੀ ਸਰਕਾਰ। ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਤਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਹੈ, ਕਿਵੇਂ ਜਿਹੜੇ ਨੌਕਰੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਨੇ, ਤੇ ਕਿੰਨਾ ਕੀ ਇਹਨਾਂ ਨਾਲ ਕੋਈ ਤਾਲਮੇਲ ਨਹੀਂ ਹੋ ਪਾ ਰਿਹਾ ਆਮ ਆਦਮੀ ਪਾਰਟੀ? ਦੇਖੋ, ਜਿੱਥੋਂ ਤੱਕ ਗੱਲ ਹੈਗੀ ਆ ਵਿਰੋਧੀਆਂ ਦੀ, ਤੁਸੀਂ ਆਪ ਹੀ ਕਿਹਾ, ਪਹਿਲਾਂ ਉਹ ਕਹਿੰਦੇ ਸੀ ਵੀ 6 ਮਹੀਨੇ ਦਿਓ, ਹੁਣ ਉਹਨਾਂ ਨੂੰ ਪਾਲਾ ਮਾਰ ਰਿਹਾ। ਜਿਸ ਤਰੀਕੇ ਨਾਲ ਕਰਪਸ਼ਨ ਦੇ ਖਿਲਾਫ ਮਾਨ ਸਾਹਿਬ ਨੇ ਇੱਕ ਵੱਡੀ ਮੁਹਿੰਮ ਵਿੱਢਤੀ ਔਰ ਜਿਹੜੇ ਲੋਕ ਕਹਿੰਦੇ ਸੀ ਵੀ ਸਾਨੂੰ ਤਾਂ ਕਿਸੇ ਨੇ ਹੱਥ ਪਾਉਣਾ ਨਹੀਂ, ਅਸੀਂ ਤੇ ਜੰਮੇ ਹੀ ਪੰਜਾਬ ਦੀ ਲੁੱਟ ਖਸੁੱਟ ਕਰ ਲਈ ਔਰ ਸੱਤਾ ਢਾਉਣ ਲਈ ਆ, ਔਰ ਜਿਸ ਤਰੀਕੇ ਨਾਲ ਈਵਨ ਮਾਨ ਸਾਹਿਬ ਨੇ ਆਪਣਾ ਮੰਤਰੀ ਵੀ ਨਹੀਂ ਛੱਡਿਆ, ਜਿਹੜਾ 1% ਦੀ ਗੱਲ ਆਈ ਆ। ਸੋ ਵਿਰੋਧੀਆਂ 'ਚ ਤੇ ਇਹ ਚਿੰਤਾ ਔਰ ਖੌਫ ਫੈਲ ਗਿਆ ਹੈ ਵੀ ਹੁਣ ਜਿਹੜਾ ਹੱਥ ਜਿਹੜਾ ਆ, ਕਿਉਂਕਿ ਕਾਰਨਾਮੇ ਕਰਤੂਤਾਂ ਇਹਨਾਂ ਦੀਆਂ ਵੀ ਮਾੜੀਆਂ ਰਹੀਆਂ ਔਰ ਇਹਨਾਂ ਦੀ ਇੱਕ ਵੱਡੀ ਫਹਿਰਿਸਤ ਲਿਸਟ ਹੈ। ਇਹ ਕੈਪਟਨ ਅਮਰਿੰਦਰ ਸਿੰਘ ਵਾਂਗੂ ਝੂਠੇ ਡਰਾਵੇ ਨਹੀਂ ਦੇਣੇ ਮਾਨ ਸਾਹਿਬ ਨੇ। ਕੈਪਟਨ ਅਮਰਿੰਦਰ ਸਿੰਘ ਤੇ ਹਿੱਸੇਦਾਰੀ ਕਰ ਲੈਂਦਾ ਸੀ ਔਰ ਸੈਟਿੰਗ ਕਰ ਲੈਂਦਾ। ਮਾਨ ਸਾਹਿਬ ਨਾਲ ਨਾ ਸੈਟਿੰਗ ਹੋਣੀ ਨਾ ਹਿੱਸੇਦਾਰੀ ਹੋਣੀ। ਸੋ ਇਹਨਾਂ ਨੂੰ ਪਾਲਾ ਮਾਰ ਰਿਹਾ ਕਿ ਹੁਣ ਹੱਥ ਕਦੀ ਵੀ ਇਹਨਾਂ ਨੂੰ ਪੈ ਜਾਣਾ ਔਰ ਇਹਨਾਂ ਦੀ ਜਿਹੜੀ ਪੀੜ੍ਹੀ ਦਰ ਪੀੜ੍ਹੀ ਪੰਜਾਬ ਨੂੰ ਲੁੱਟ ਖਸੁੱਟ ਕਰਨ ਵਾਲੀ ਰਾਜਨੀਤੀ ਆ, ਉਹਦੇ 'ਤੇ ਲਗਾਮ ਲੱਗ ਜਾਣਾ। ਇੱਕ ਗੱਲ ਤੇ ਹੋ ਗਈ ਇਹ। ਜਿੱਥੋਂ ਤੱਕ ਗੱਲ ਹੈ ਧਰਨਿਆਂ ਦੀ, ਜਿਸ ਤਰੀਕੇ ਨਾਲ ਮੋਹਾਲੀ 'ਚ ਕਿਸਾਨਾਂ ਦਾ ਧਰਨਾ ਲੱਗਦਾ ਔਰ ਇਮੀਡੀਏਟਲੀ 24 ਘੰਟੇ ਦੇ ਅੰਦਰ ਅੰਦਰ ਮਾਨ ਸਾਹਿਬ ਨੇ ਉਹਨਾਂ ਦੇ ਸਾਰੇ ਜਿਹੜੇ ਮਸਲੇ ਆ ਉਹਨਾਂ 'ਤੇ ਸੰਜੀਦਗੀ ਨਾਲ ਫੈਸਲੇ ਵੀ ਲਏ। ਕੁਛ ਗੱਲਾਂ ਉਸ ਟਾਈਮ ਫੈਸਲੇ ਲੈ ਗਏ, ਕੁਛ ਗੱਲਾਂ 'ਤੇ ਆਉਣ ਵਾਲੇ ਟਾਈਮ ਸਰਕਾਰ ਕੰਮ ਕਰੂਗੀ, ਕਿਉਂਕਿ ਕਈ ਚੀਜ਼ਾਂ 'ਤੇ ਟਾਈਮ ਵੀ ਲੱਗਣਾ।
ਔਰ ਇਹ ਵੀ ਮਾਣਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਆ ਵੀ 1 ਸਾਲ ਦੇ ਅੰਦਰ ਅੰਦਰ ਕਿਸਾਨਾਂ ਦੇ ਧਰਨਿਆਂ ਫ੍ਰੀ ਜਿਹੜਾ ਸਟੇਟ ਬਣਾਵਾਂਗੇ। ਉਸੇ ਤਰੀਕੇ ਨਾਲ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਜਿਹੜੇ ਇਹ ਪ੍ਰੋਟੈਸਟ ਕਰ ਰਹੇ ਆ ਵੀ ਥੋੜਾ ਸਮਾਂ ਦਿਓ। 35,000 ਕੱਚੇ ਮੁਲਾਜ਼ਮ ਵੀ ਪੱਕੇ ਹੋਣੇ ਆ, 26,000 ਨੌਕਰੀਆਂ ਜਿਹੜੀਆਂ ਦਿੱਤੀਆਂ ਮਾਨ ਸਾਹਿਬ ਨੇ ਉਹਦੇ ਤੇ ਭਰਤੀ ਸ਼ੁਰੂ ਹੋ ਗਈ ਆ। ਇਹਨਾਂ ਦਾ ਹੱਕ ਨਹੀਂ ਮਾਰਿਆ ਜਾਊਗਾ, ਲੇਕਿਨ ਸਰਕਾਰ ਦਾ ਕੰਮ ਕਰਨ ਦਾ ਇੱਕ ਤਰੀਕਾ ਆ, ਇੱਕ ਪ੍ਰੋਸੈਸ ਹੈ। ਸੋ ਪ੍ਰੋਸੈਸ ਦੇ ਰਾਹੀਂ ਥੋੜਾ ਜਿਹਾ ਟਾਈਮ ਲੱਗੂਗਾ। ਲੱਗਦਾ ਕਿ ਆਮ ਤੌਰ ਤੇ ਧਰਨਾਕਾਰੀਆਂ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਉਹ ਪਹਿਲਾਂ ਅਕਾਲੀ ਦਲ ਸਰਕਾਰ ਸਮੇਂ, ਜਦੋਂ ਅਕਾਲੀ ਦਲ ਸਰਕਾਰ ਸੀ ਉਸ ਸਮੇਂ ਨੌਕਰੀਆਂ ਨਿਕਲੀਆਂ, ਉਹਨਾਂ ਨੇ ਉਦੋਂ ਅਪਲਾਈ ਕਰਿਆ, ਉਸ ਤੋਂ ਬਾਅਦ ਫਿਰ ਕਾਂਗਰਸ ਦਾ ਦੌਰ ਗਿਆ, ਪੂਰੇ 5 ਸਾਲ ਉਹ ਨਿਕਲੇ, ਤਾਂ ਹੁਣ ਆਮ ਆਦਮੀ ਪਾਰਟੀ ਦਾ ਹੀ ਹੈ। ਕੀ ਜਦੋਂ ਇਲੈਕਸ਼ਨ ਹੋ ਰਿਹਾ ਸੀ ਜਾਂ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚਾਹੇ ਕਹਿ ਸਕਦੇ ਨੇਤਾ ਸੀ ਭਗਵੰਤ ਸਿੰਘ ਮਾਨ ਜਾਂ ਹੋਰ ਦੂਜੇ ਨੁਮਾਇੰਦੇ ਜਿਹੜੇ ਮਿਲਦੇ ਸੀ, ਕੀ ਉਹ ਵਾਅਦੇ ਜਾਂ ਜ਼ਿਆਦਾ ਨਹੀਂ ਕਰ ਲਏ ਗਏ ਇਹਨਾਂ ਲੋਕਾਂ ਦੇ ਨਾਲ, ਜਾਂ ਇਹ ਸੋਚਿਆ ਨਹੀਂ ਗਿਆ, ਜਾਂ ਸਿਰਫ ਇੱਕ ਵੋਟ ਆਪਣਾ ਲੈਣ ਦੇ ਲਈ ਵਾਅਦੇ ਕਰ ਲਏ? ਕਿਉਂਕਿ ਉਹੀ ਲੋਕ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਕਹਿ ਰਹੇ ਨੇ ਕਿ ਤੁਸੀਂ ਪਹਿਲਾਂ ਸਾਡੇ ਲਵੇ ਜਾਂਦੇ ਸੀ, ਤੁਸੀਂ ਕਹਿ ਰਹੇ ਸੀ ਸਾਡੀ ਸਰਕਾਰ ਆਉਣ ਸਾਰੇ ਤੁਹਾਨੂੰ ਅਸੀਂ ਨੌਕਰੀਆਂ ਦੇ ਦੇਵਾਂਗੇ, ਪਰ ਹੁਣ ਕਈ ਤਰੀਕੇ ਨਾਲ ਕਾਨੂੰਨੀ ਤੌਰ ਤੇ ਵੀ ਅੜਿੱਕਾ ਬਣ ਰਿਹਾ, ਜਾਂ ਕਈ ਚੀਜ਼ਾਂ ਨੂੰ ਉਹ 7-7 ਸਾਲ ਹੋ ਗਏ ਉਹ ਪਹਿਲੀ ਗੱਲ, ਕੋਈ ਐਸਾ ਵਾਅਦਾ ਨਹੀਂ ਅਸੀਂ ਕੀਤਾ ਜਿਹੜਾ ਨਾ ਪੂਰਾ ਕਰੀਏ। ਪੂਰਾ ਹੋਊਗਾ, ਲੇਕਿਨ ਹਰ ਚੀਜ਼ ਨੂੰ ਇੱਕ ਟਾਈਮ ਲੱਗੂਗਾ, ਇੱਕ ਤਰੀਕਾ ਹੈ, ਇੱਕ ਪ੍ਰੋਸੀਜਰ ਹੈ। ਦੂਜੀ ਗੱਲ, ਮਾਨ ਸਾਹਿਬ ਦੀ ਜਿਸ ਤੱਕ ਗੱਲ ਹੈ, ਮਾਨ ਸਾਹਿਬ ਦੀ ਜਦੋਂ ਤੁਸੀਂ ਰਾਜਨੀਤੀ ਤੇ ਝਾਤੀ ਮਾਰਦੇ ਹੋ, ਉਹਨਾਂ ਦਾ ਜਿਹੜਾ ਪੋਲੀਟੀਕਲ ਕਿਰਦਾਰ ਹੈ ਉਹ ਇੱਕ ਮਿਸ਼ਨ ਤੇ ਹੈ, ਉਹ ਕਮਿਸ਼ਨ ਤੇ ਨਹੀਂ। ਇਹਨਾਂ ਨੇ ਕੋਈ ਹਿੱਸੇਦਾਰੀ ਨਹੀਂ ਰੱਖਣੀ। ਪਿਛਲੀਆਂ ਸਰਕਾਰਾਂ ਜਦੋਂ ਸਰਕਾਰ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਇਹ ਇਨੀਸ਼ੀਏਟਿਵ ਲੈਂਦੀਆਂ ਜਾਂ ਇਹੋ ਜਿਹੇ ਪ੍ਰਯਾਸ ਕਰਦੀਆਂ ਸੀ ਵੀ ਨੌਕਰੀਆਂ ਦੇਤੀਆਂ, ਕੰਸੈਸ਼ਨ ਦੇ ਦਿੱਤੇ, ਬਿਜਲੀ ਫ੍ਰੀ ਕਰਤੀ ਜੀ, ਫਲਾਨਾ ਕਰਤਾ। ਅਸੀਂ ਸਰਕਾਰ ਆਉਣ ਤੇ ਪਹਿਲੇ 3 ਮਹੀਨਿਆਂ 'ਚ ਫੈਸਲੇ ਲਏ ਆ। ਸੋ ਸਿੱਧੀ ਜੀ ਗੱਲ ਹੈ ਵੀ ਸਰਕਾਰ, ਸਾਡਾ ਤੇ ਉਹਨਾਂ ਦਾ ਇਹ ਬੁਨਿਆਦੀ ਫਰਕ ਹੈ। ਦੂਜੀ ਗੱਲ ਦੇਖੋ, ਪੰਜਾਬ ਦਾ ਜਿਹੜਾ ਆਰਥਿਕ ਮਾਹੌਲ ਹੈ ਉਹ ਵੀ ਦਰੁਸਤ ਹੋ ਰਿਹਾ, ਆਰਥਿਕ ਢਾਂਚਾ ਜਿਹਨੂੰ ਕਹਿ ਸਕਦੇ। ਪੰਜਾਬ ਦਾ ਜਿਹੜਾ ਸੋਸ਼ਲ ਮਾਹੌਲ ਹੈ, ਸੋਸ਼ਲ, ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਚਾਹੇ ਇਨਵੈਸਟਮੈਂਟ ਦੀ ਗੱਲ ਕਰ ਲਓ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਉਹਦੇ 'ਚ ਜਿਸ ਤਰੀਕੇ ਨਾਲ ਮਾਫੀਆ ਦਾ ਬੋਲਬਾਲਾ ਰਿਹਾ, ਉਸ ਮਾਫੀਏ ਦੇ ਬੋਲਬਾਲੇ ਦਾ ਜਿਹੜਾ ਨੈਕਸਸ ਹੈ, ਜਿਹੜਾ ਰਾਜਨੀਤਿਕ ਨੈਕਸਸ ਹੈ, ਪੋਲੀਟੀਕਲ ਨੈਕਸਸ ਹੈ, ਉਹਨੂੰ ਤੋੜਨ 'ਚ ਵੀ ਟਾਈਮ ਲੱਗਣਾ ਔਰ ਇਹਨੂੰ ਦਰੁਸਤ ਕਰਨ 'ਚ ਵੀ ਥੋੜ੍ਹਾ ਟਾਈਮ ਲੱਗਣਾ। ਲੇਕਿਨ ਇੱਕ ਗੱਲ ਮੈਂ ਤੁਹਾਡੇ ਚੈਨਲ 'ਤੇ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੌਜੂਦਾ ਮਾਣਯੋਗ ਮੁੱਖ ਮੰਤਰੀ ਨੇ ਨਾ ਤਾਂ ਕੋਈ ਹਿੱਸੇਦਾਰੀ ਲੈਣੀ ਹੈ ਕਿਤੇ ਬਿਜ਼ਨਸ ਕਾਰੋਬਾਰ, ਨਾ ਉਹਨਾਂ ਨੇ ਕੋਈ ਫੇਵਰਿਜ਼ਮ ਕਰਨਾ ਹੈ, ਨਾ ਇਹ ਭਾਈ ਭਤੀਜਾਵਾਦ ਕਰਨਾ ਹੈ, ਅਤੇ ਨਾ ਕਮਿਸ਼ਨ ਲੈਣਾ ਹੈ। ਸੋ ਉਹਨਾਂ ਦਾ ਤਾਂ ਮਕਸਦ ਬੜਾ ਸਪਸ਼ਟ ਹੈ। ਸੋ ਮੈਨੂੰ ਲੱਗਦਾ ਹੈ ਸਟੈਪ ਬਾਈ ਸਟੈਪ ਅਸੀਂ ਸਾਰੇ ਵਾਅਦੇ ਵੀ ਪੂਰੇ ਕਰਾਂਗੇ ਔਰ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਵੀ ਬਿਹਤਰ ਹੋਊਗੀ, ਚਾਹੇ ਉਹ ਕਿਸਾਨਾਂ ਦੀ ਹੈ, ਵਪਾਰੀਆਂ ਦੀ ਹੈ, ਮਜ਼ਦੂਰਾਂ ਦੀ ਹੈ, ਹਰੇ ਤਬਕੇ ਦਾ। ਲੇਕਿਨ ਜੇ ਤੁਸੀਂ 3 ਮਹੀਨਿਆਂ 'ਚ ਕਹੋ ਵੀ ਜਿਹੜਾ ਢਾਂਚਾ ਤਕਰੀਬਨ 70 ਸਾਲ ਤੋਂ ਵਿਗੜਿਆ ਹੋਇਆ, ਜਿਹਦੇ 'ਚ ਨਾ ਕਦੀ ਐਗਰੀਕਲਚਰ ਪਾਲਿਸੀ ਬਣੀ, ਨਾ ਕੋਈ ਐਜੂਕੇਸ਼ਨ ਪਾਲਿਸੀ ਬਣੀ, ਨਾ ਕੋਈ ਬਿਜ਼ਨਸ ਇਨਵੈਸਟਮੈਂਟ, ਇਹ ਤੇ ਬਿਜ਼ਨਸ ਸਮਿਟ ਕਰਦੇ ਹੀ 5 ਸਟਾਰ ਹੋਟਲਾਂ ਜਾ ਕੇ, ਕਿੱਥੇ ਇਨਵੈਸਟਮੈਂਟ ਹੋਈ ਹੈ ਦੱਸੋ ਨਾ। ਜਾਂ ਵੱਡੇ ਜਿਹੜੇ ਇਹਨਾਂ ਨਾਲ ਜੁੜੇ ਕਾਰੋਬਾਰੀ ਆ, ਚਾਹੇ ਉਹ ਸ਼ੂਗਰ ਮਿਲਦੇ ਆ, ਚਾਹੇ ਸ਼ਰਾਬ ਮਿਲਦੇ ਆ, ਉਹਨਾਂ ਨੂੰ ਫੇਵਰ ਕਰਦੇ ਸੀ। ਆਮ ਸਧਾਰਨ ਲੋਕਾਂ ਨੇ, ਮੈਨੂੰ ਇੱਕ ਗੱਲ ਦੱਸੋ, ਇਹ ਕਿਹਨੇ ਸੋਚਿਆ ਸੀ ਵੀ ਪੰਜਾਬ ਦੀ ਜਿਹੜੀ ਜ਼ਮੀਨ ਹੈ, ਸਰਕਾਰੀ ਪੰਚਾਇਤੀ ਜ਼ਮੀਨ, ਜਿਹੜੀ ਹਜ਼ਾਰਾਂ ਕਰੋੜਾਂ ਰੁਪਏ ਦੀ ਆ, ਜਿਹਨੂੰ ਵੱਡੇ ਵੱਡੇ ਰਸੂਖਦਾਰਾਂ ਨੇ ਕਈ ਸਾਲਾਂ ਤੋਂ ਦਬਾਇਆ, ਉਹਨੂੰ ਕੋਈ ਛਡਾਊ, ਕੋਈ ਸੋਚ ਸਕਦਾ ਇਹਨੂੰ ਕੋਈ ਛਡਾਉਣ ਦੀ ਪਹਿਲ ਕਰੂਗਾ, ਕੋਈ ਹੱਥ ਪਾਉਣ ਦੀ ਪਹਿਲ ਕਰੂਗਾ? ਮਾਨ ਸਾਹਿਬ ਨੇ ਸ਼ੁਰੂਆਤ ਕੀਤੀ। ਸੋ ਨੋ ਡਾਊਟ ਲਾਸਟ ਮੇਰਾ, ਨੋ ਡਾਊਟ ਇਸ ਮਾਫੀਏ ਦੀਆਂ ਜੜ੍ਹਾਂ ਬਹੁਤ ਡੂੰਘੀਆਂ, ਲੇਕਿਨ ਮਾਨ ਸਾਹਿਬ ਦੀ ਨੀਅਤ ਔਰ ਕਿਰਦਾਰ ਵੀ ਉਹਨਾਂ ਸਾਫ਼ ਹੈ। ਮਾਫੀ ਦੀ ਗੱਲ ਤੇ ਆਪਾਂ ਬਾਅਦ 'ਚ ਆਉਂਦੇ ਹਾਂ। ਪਹਿਲਾਂ ਤੁਸੀਂ ਕਿਹਾ ਕਿ ਤੁਸੀਂ ਆਪਣੇ ਮੰਤਰੀ 'ਤੇ ਕਾਰਵਾਈ ਕਰੀ, ਤੁਸੀਂ ਕਹਿ ਰਹੇ ਕਿ ਅਸੀਂ ਆਪਣੇ ਨਹੀਂ ਬਖਸ਼ੇ ਜੋ ਉਹ ਕਰਦੀ, ਪਰ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਉਹ ਵੀਡੀਓ ਸਟੇਟਮੈਂਟ ਵੀ ਸੁਣੀ ਹੋਏਗੀ ਜਿਹੜੀ ਇਹ ਤੁਹਾਡੀ ਇਸ ਕਾਰਵਾਈ ਤੋਂ ਕਾਫੀ ਚਿਰ ਪਹਿਲਾਂ ਆਈ। ਉਹਨਾਂ ਨੇ ਕਿਹਾ ਕਿ ਇਹ ਇਲੈਕਸ਼ਨ ਦੇ ਨੇੜੇ ਆ ਕੇ ਜਾਂ ਥੋੜ੍ਹੀ ਚਿਰ ਬਾਅਦ ਆ ਕੇ ਇਹ ਆਪਣਾ ਇੱਕ ਮੰਤਰੀ ਝੜਕਾ ਦੇਣਗੇ। ਕੀ ਲੱਗਦਾ ਕਿ ਇਹ ਕਿਵੇਂ ਚੀਜ਼ਾਂ ਸਾਰੀਆਂ ਪਲਾਨ ਹੁੰਦੀਆਂ ਯਾਰ? ਕਿ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਂ ਪੁੱਛਦਾ, ਇਲੈਕਸ਼ਨ ਤੇ ਫਿਰ 6 ਮਹੀਨੇ ਬਾਅਦ ਗਾਂ ਨਗਰ ਨਿਗਮਾਂ ਦੇ ਆ ਜਾਣੇ, ਫਿਰ ਲੋਕ ਸਭਾ ਦੇ ਆ ਜਾਣੇ, ਫਿਰ ਕਾਰਵਾਈ ਨਾ ਕਰੇ ਸਰਕਾਰ, ਕੰਮ ਹੀ ਨਾ ਕਰੇ। ਔਰ ਇਹ ਕੀਤਾ ਇਹਨਾਂ ਨੇ। ਇਹ ਜਿਹੜੇ ਲੋਕ ਹੈ, ਦੇਖੋ ਬਾਜਵਾ ਸਾਹਿਬ ਦਾ ਤੁਸੀਂ ਦੇਖੋ, ਇੱਕ ਭਰਾ ਇੱਕ ਘਰ 'ਚ ਰਹਿੰਦੇ, ਇੱਕ ਭਰਾ ਨੇ ਝੰਡਾ ਬੀਜੇਪੀ ਦਾ ਲਾਇਆ, ਇੱਕ ਨੇ ਕਾਂਗਰਸ। ਮਕਸਦ ਕੀ ਆ ਕਿ ਜਿਹੜਾ ਪੀੜ੍ਹੀ ਦਰ ਪੀੜ੍ਹੀ ਜਿਹੜਾ ਰਿਆਸਤ ਕਾਇਮ ਕੀਤੀ ਆ ਲੁੱਟ ਖਸੁੱਟ ਨਾਲ, ਉਹਨੂੰ ਬਚਾਉਣਾ ਹੈ। ਇਹ ਸੱਤਾ ਨਾਲ ਜੁੜੇ ਰਹਿਣ ਵਾਲੇ ਲੋਕ ਹੈ,
ਸੱਤਾ 'ਚ ਰਹਿ ਕੇ ਇਹ ਪੰਜਾਬ ਦੀ ਲੁੱਟ ਖਸੁੱਟ ਕਰਦੇ। ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਵਾਹ ਵਾਸਤਾ ਨਹੀਂ, ਕਿਸੇ ਦਾ ਫਿਕਰ ਨਹੀਂ ਗਾ ਇਹਨਾਂ ਨੂੰ। ਸੋ ਇਹਨਾਂ ਨੂੰ ਤੇ ਪ੍ਰੋਬਲਮ ਇਹ ਹੋ ਗਈ ਆ ਕਿ ਮੌਜੂਦਾ ਮੁੱਖ ਮੰਤਰੀ ਕਰਪਸ਼ਨ ਦੇ ਖਿਲਾਫ ਇੰਨੀ ਵੱਡੀ ਮੁਹਿੰਮ ਕਿਉਂ ਕਰ ਰਿਹਾ ਸ਼ੁਰੂ। ਇਹ ਤਾਂ ਸੈਟਿੰਗ ਕਰਨਾ ਚਾਹੁੰਦੇ ਆ। ਇਹ ਲੋਕ ਸੀਐਮ ਆਫਿਸ ਦੇ ਅੰਦਰ ਜਾ ਕੇ, ਸੀਐਮ ਹਾਊਸ ਦੇ ਅੰਦਰ ਜਾ ਕੇ ਧਰਮਸੋਤ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕਹਿ ਰਹੇ ਜਿਹੜੇ ਲੋਕ। ਸੋ ਇਹਨਾਂ ਲੋਕਾਂ ਤੋਂ ਤਾਂ ਕੀ ਉਮੀਦ ਤੁਸੀਂ ਕਰਦੇ? ਪੰਜਾਬ ਦੇ ਮਾਹੌਲ ਦੇ ਉੱਪਰ ਜਦੋਂ ਜੋ ਕੁਝ ਹੋ ਰਿਹਾ, ਕਹਿ ਸਕਦੇ ਹਾਂ ਮਾਹੌਲ ਕਾਫੀ ਖਰਾਬ ਹੋਇਆ, ਤੁਸੀਂ ਵੀ ਦੇਖਿਆ। ਪਰ ਜਦੋਂ ਕੱਲ ਉਹਨਾਂ ਨੇ ਪੀਸੀ ਕਰੀ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਿਹਾ ਕਿ ਜਿਹੜੇ ਪੁਲਿਸ ਦੇ ਵੱਡੇ ਆਫੀਸਰ ਨੇ ਉਹ ਗੈਂਗਸਟਰਾਂ ਦੇ ਸਿੱਧੇ ਸੰਪਰਕ 'ਚ ਨੇ, ਕਿਉਂਕਿ ਕਾਫੀ ਵੱਡਾ ਬਿਆਨ ਸੀ, ਕਿਉਂਕਿ ਪੁਲਿਸ ਦੇ ਉੱਪਰ ਸਵਾਲ ਖੜੇ ਕਰਨਾ। ਜਦ ਕਿ ਉਹਨਾਂ ਤੋਂ ਇਹ ਸਵਾਲ ਵੀ ਨਾਲ ਦੀ ਨਾਲ ਕੀਤਾ ਗਿਆ ਸੀ ਕਿ ਭਾਵੇਂ ਤੁਹਾਡੀ ਸਰਕਾਰ ਸੀ, ਸੁਖਵਿੰਦਰ ਸਿੰਘ ਰੰਧਾਵਾ ਜਿਹੜੇ ਉਦੋਂ ਕਹਿ ਸਕਦੇ ਹਾਂ ਉਹਨਾਂ ਕੋਲ ਸਾਰਾ ਇਹ ਵਿਭਾਗ ਉਹਨਾਂ ਲਵੇ ਸੀ, ਉਦੋਂ ਕਿਉਂ ਨਹੀਂ? ਪਰ ਉਹਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹੁਣ ਦੀ ਸਰਕਾਰ ਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਉਹ ਸਿੱਧੇ ਗੈਂਗਸਟਰਾਂ ਦੇ ਸੰਪਰਕ 'ਚ। ਨਹੀਂ, ਇਹ 2-3 ਮਹੀਨਿਆਂ 'ਚ ਹੀ ਗੈਂਗਸਟਰਾਂ ਨਾਲ ਵੱਡੇ ਅਫਸਰਾਂ ਦੇ ਰਿਲੇਸ਼ਨ ਬਣ ਗਏ। ਮੇਰਾ ਪ੍ਰਤਾਪ ਬਾਜਵਾ ਜੀ ਨੂੰ ਸਵਾਲ ਹੈ, ਔਰ ਤੁਸੀਂ ਵੀ ਸਿਆਣੇ ਹੋ ਇਸ ਗੱਲ 'ਚ, 3 ਮਹੀਨਿਆਂ 'ਚ ਹੀ ਬਣ ਗਏ ਰਿਸ਼ਤੇ। ਵੱਡੇ ਅਫਸਰਾਂ ਦੇ ਨਹੀਂ, ਵੱਡੇ ਲੀਡਰਾਂ ਦੇ ਵੀ ਰਿਸ਼ਤੇ ਆ ਇਹਨਾਂ ਨਾਲ। ਔਰ ਮੈਂ ਤੁਹਾਨੂੰ ਦੱਸਦਾ, ਔਰ ਇਹ ਰਿਸ਼ਤਿਆਂ ਦੀ ਜਿਹੜੀ ਸ਼ੁਰੂਆਤ ਹੈ ਬੜੇ ਸਾਲ ਪਹਿਲਾਂ ਹੋ ਗਈ ਸੀ। ਇਹ ਇੱਕ ਨੈਕਸਸ ਹੈ, ਇੱਕ ਲੁੱਟ ਖਸੁੱਟ ਦਾ ਗਰੋਹ ਹੈ। ਇਹ ਗਰੋਹ ਜਿਹੜਾ ਹੈ ਇੱਕ ਪਾਸੇ ਸੱਤਾ ਤੇ ਸੁਪਰ ਜਿਹੜੀ ਪੋਜੀਸ਼ਨ ਤੇ ਬੈਠੇ ਲੋਕ ਹੈ, ਇੱਕ ਪਾਸੇ ਉਹਨਾਂ ਦੇ ਕਰਿੰਦੇ ਬਸ਼ਿੰਦੇ ਜਿਹੜੇ ਉਹਨਾਂ ਦੇ ਚਮਚੇ ਚਾਪਲੂਸ ਉਹ ਥੱਲੇ ਲੁੱਟ ਖਸੁੱਟ ਕਰਦੇ ਆ, ਔਰ ਉਹ ਪੋਲੀਟੀਕਲ ਪੈਟਰੋਨੇਜ ਕਰਦੇ ਰਹੇ ਆ। ਚਾਹੇ ਉਹ ਗੈਂਗਸਟਰ ਦੀ ਗੱਲ ਕਰ ਲਓ, ਚਾਹੇ ਰੇਤ ਮਾਫੀਆ ਦੀ ਗੱਲ ਕਰ ਲਓ, ਚਾਹੇ ਸ਼ਰਾਬ ਮਾਫੀਆ ਦੀ ਗੱਲ ਕਰ ਲਓ, ਈਵਨ ਜਾਂ ਜਿਹੜੀ ਲੈਂਡ ਮਾਫੀਆ, ਭੂ ਮਾਫੀਆ, ਲੈਂਡ ਗ੍ਰੇਬਿੰਗ ਜਿਹੜੀ ਹੋਈ ਆ, ਇਹਦੇ 'ਚ ਇਹ ਲੋਕਾਂ ਦਾ ਪੈਟਰੋਨੇਜ। ਮਾਨ ਸਾਹਿਬ ਨੇ ਤਾਂ ਨਹੀਂ ਕਿਤੇ ਹਿੱਸੇਦਾਰੀ ਰੱਖੀ, ਦੱਸ ਦੇਣ ਕਿ ਮਾਨ ਸਾਹਿਬ ਦਾ ਕਿਸੇ ਲਿੰਕ ਜੁੜਦਾ, ਕਿਸੇ ਗਰੋਹ ਨਾਲ ਜੁੜਦਾ, ਦੱਸ ਦੇਣ। ਕਿਸੇ ਨਾਲ ਨੇੜਤਾ ਰਹੀ ਹੋਵੇ ਤਾਂ ਦੱਸ ਦੇਣ। ਸੋ ਇਹਨਾਂ ਨੂੰ ਪਾਲਾ ਹੀ ਇਹ ਮਾਰ ਰਿਹਾ ਹੈ ਵੀ ਇਹ ਗੱਡੀ ਕਿਹੜੇ ਪਾਸੇ ਚੱਲ ਪਈ ਆ। ਵੀ ਅਸੀਂ ਤਾਂ ਸੋਚਿਆ ਸੀ ਇੱਕ ਸਧਾਰਨ ਪਰਿਵਾਰ ਦਾ ਬੰਦਾ ਮੁੱਖ ਮੰਤਰੀ ਬਣ ਗਿਆ, ਵੱਧ ਤੋਂ ਵੱਧ ਕੀ ਆ ਆਪਣਾ ਕੰਮ-ਕੁਮ ਕਰੂ, ਸੜਕਾਂ ਬਣਾ ਦੂਗਾ, ਗਲੀਆਂ ਬਣਾ ਦੂਗਾ, ਲੇਕਿਨ ਸਾਡੀ ਤੇ ਬਾਪੋਤੀ ਆ, ਸਾਨੂੰ ਥੋੜੀ ਕੋਈ ਹੱਥ ਪਾਊਗਾ। ਹੱਥ ਹਰੇਕ ਉਸ ਬੰਦੇ ਨੂੰ ਪਊਗਾ ਜਿਹੜੇ ਪੰਜਾਬ ਦੀ ਲੁੱਟ ਕੀਤੀ ਆ, ਚਾਹੇ ਉਹ ਕਿਸੇ ਵੀ ਵੱਡੇ ਲੈਵਲ ਦਾ ਹੋਵੇ। ਭਗਵੰਤ ਮਾਨ ਵੱਲੋਂ ਅੱਜ ਵੀ ਕਿਹਾ ਗਿਆ ਕਿ ਸਬੂਤ ਪੱਕੇ ਤੌਰ ਦੇ ਉੱਪਰ ਜਦੋਂ ਆ ਜਾਣ ਉਦੋਂ ਕਾਰਵਾਈ ਕਰਦੇ ਆ। ਕਈ ਹੋਰ ਮੰਤਰੀ ਜਾਂ ਹੋਰ ਨੇਤਾ ਨੇ ਉਹ ਵੀ ਰਡਾਰ ਦੇ ਉੱਪਰ ਨੇ। ਹੁਣ ਕੀ ਨੋ ਡਾਊਟ। ਹੁਣ ਇਹ ਜੇ ਬੀਜੇਪੀ ਜਿਹੜੇ ਭੱਜ ਕੇ ਜਾ ਰਹੇ ਆ, ਇਹ ਬੀਜੇਪੀ ਦਾ ਮੋਹ ਕਿਉਂ ਜਾਗ ਰਿਹਾ ਪਤਾ ਹੀ ਹੈ ਨਾ। ਸਾਰਿਆਂ ਨੂੰ ਪਤਾ ਬਲਵੀਰ ਸਿੱਧੂ ਕਿਉਂ ਭੱਜਿਆ, ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਕਾਂਗੜ ਕਿਉਂ ਭੱਜਿਆ, ਹਰੇਕ ਨੂੰ ਪਤਾ ਕਿਸ ਤਰੀਕੇ ਨਾਲ ਤ੍ਰਿਪਤ ਰਜਿੰਦਰ ਬਾਜਵਾ ਕਾਂਗਰਸ ਦਾ ਸੀਨੀਅਰ ਲੀਡਰ 10 ਤਰੀਕ ਨੂੰ ਕਾਂਗਰਸ ਇਲੈਕਸ਼ਨ ਤੋਂ ਹਾਰਨ ਤੋਂ ਬਾਅਦ 11 ਤਰੀਕ ਨੂੰ ਫਾਈਲਾਂ ਸਾਈਨ ਕਰ ਰਿਹਾ, ਔਰ ਇੱਕ ਪਾਰਟੀਕੂਲਰ ਪ੍ਰਾਈਵੇਟ ਬੰਦੇ ਨੂੰ ਫੇਵਰਿਜ਼ਮ ਕਰੋੜਾਂ ਰੁਪਏ ਦੀ ਜ਼ਮੀਨ ਦੇ ਰਿਹਾ। ਹੋਏ ਇਹਨਾਂ ਦੀ ਕਰਤੂਤਾਂ ਹੈ। ਸੋ ਇਹ ਲੋਕਾਂ ਨੇ ਦੇਖੋ ਬਹੁਤ ਵੱਡੇ ਸਤਰ ਤੇ, ਔਰ ਇਹਦੇ 'ਚ ਵੀ ਮੈਂ ਗੱਲ ਦੱਸਦਾ, ਇਹ ਦੋਨੋਂ ਪਾਰਟੀਆਂ ਦੀ ਸੈਟਿੰਗ ਸੀ ਆਪਸ 'ਚ। ਸਿਟੀ ਸੈਂਟਰ ਸਕੈਮ 'ਚ ਕੈਪਟਨ ਨੂੰ ਬਚਾਇਆ ਗਿਆ ਬਾਦਲਾਂ ਵੱਲੋਂ, ਕੈਪਟਨ ਨੇ ਇਹਨਾਂ ਨੂੰ ਉਹਦੇ 'ਚ ਛੱਡਤਾ। ਜਿਹੜਾ ਇਨਕਮ ਤੋਂ ਵੱਧ ਜਿਹੜੇ ਰਿਸੋਰਸ ਸੀਗੇ ਬਾਦਲਾਂ ਦੇ, ਜਦੋਂ ਕੋਠੀਆਂ ਮਿਲੀਆਂ ਗਈਆਂ ਚੰਡੀਗੜ੍ਹ ਦੀਆਂ, ਉਹ ਕੋਠੀਆਂ ਮਿਲਣ ਤੋਂ ਬਾਅਦ 'ਚ ਕੋਈ ਕਾਰਵਾਈ ਨਹੀਂ ਹੋਈ। ਸੋ ਇਹ ਸੈਟਿੰਗਸ ਔਰ ਹਿੱਸੇਦਾਰੀ, ਇਹ ਦੋਨੋਂ ਚੀਜ਼ਾਂ ਮਾਨ ਸਾਹਿਬ ਦੀ ਸਰਕਾਰ 'ਚ ਨਹੀਂ ਹੋਣੀਆਂ। ਸੁਖਬੀਰ ਬਾਦਲ ਕਹਿੰਦੇ ਸਰਕਾਰ ਸਾਰੀ ਅਰਵਿੰਦ ਕੇਜਰੀਵਾਲ ਚਲਾ ਰਹੇ ਨੇ। ਅਰਵਿੰਦ ਕੇਜਰੀਵਾਲ ਕਿਉਂ ਉਰੇ ਆ ਰਹੇ ਨੇ ਪੰਜਾਬ 'ਚ ਆ ਕੇ, ਜਦੋਂ ਮੁੱਖ ਮੰਤਰੀ ਹੈਗੇ ਨੇ ਤਾਂ ਉਹਨਾਂ ਨੂੰ ਕੰਮ ਕਿਉਂ ਨਹੀਂ ਕਰਨ ਦਿੰਦੇ? ਇਹ ਚੀਜ਼ਾਂ ਨੂੰ ਲੈ ਕੇ, ਕਿਉਂਕਿ ਆਮ ਤੌਰ 'ਤੇ ਜਦੋਂ ਤੁਸੀਂ ਪ੍ਰਚਾਰ ਕਰਦੇ ਨੇ ਸੰਗਰੂਰ ਦੇ ਇਲਾਕੇ 'ਚ ਕਿਸੇ ਪਿੰਡ 'ਚ ਜਾਂਦੇ ਨੇ, ਕਈ ਨਿੱਜੀ ਟਿੱਪਣੀਆਂ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਵੀ ਕਰਦੇ ਨੇ, ਭਾਵੇਂ ਕਿ ਸ਼ਰਾਬ ਦੇ ਮਾਮਲੇ ਦੇ ਉੱਪਰ ਤੁਸੀਂ ਉਹਨਾਂ ਦਾ ਬਿਆਨ ਸੁਣਿਆ ਹੋਏਗਾ। ਉਹਨਾਂ ਇੱਥੋਂ ਤੱਕ ਕਿਹਾ ਕਿ ਅਰਵਿੰਦ ਕੇਜਰੀਵਾਲ ਤੱਕ ਮਹਿੰਗੀ ਸ਼ਰਾਬ ਦਾ ਡੱਬਾ ਜਿਹੜਾ ਭਗਵੰਤ ਸਿੰਘ ਮਾਨ ਨੂੰ ਦੇ ਦਿੰਦੇ ਨੇ ਕਿ ਸਰਕਾਰੀ ਕੋਠੀ 'ਚ ਬਹਿ ਕੇ ਆਰਾਮ ਦੇ ਨਾਲ ਸ਼ਰਾਬ ਪੀ, ਸਰਕਾਰ ਮੈਨੂੰ ਚਲਾਉਂਦੇ। ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹੋ? ਰਾਹੁਲ ਗਾਂਧੀ ਕਿਉਂ ਆਉਂਦੇ ਪੰਜਾਬ 'ਚ? ਬਾਜਵਾ ਸਾਹਿਬ ਨੂੰ ਪੁੱਛੋ, ਰਾਹੁਲ ਗਾਂਧੀ ਪੰਜਾਬ 'ਚ ਕਿਉਂ ਆਉਂਦਾ? ਫਿਰ ਸੁਖਬੀਰ ਸਿੰਘ ਬਾਦਲ ਦਾ ਬਿਆਨ। ਸੁਖਬੀਰ ਸਿੰਘ ਬਾਦਲ ਹੋਣੇ ਤੇ ਇੱਕ ਪਰਿਵਾਰ ਦੀ ਪਾਰਟੀ ਹੈ ਯਾਰ, ਉਹਨਾਂ ਨੇ ਕੀ ਹੋਣਾ? ਸਾਡੀ ਨੈਸ਼ਨਲ ਪਾਰਟੀ ਹੈ। ਅਸੀਂ 8 ਸਾਲਾਂ 'ਚ 2 ਸੂਬਿਆਂ 'ਚ ਸਰਕਾਰ ਬਣਾਈ ਹੈ। ਸਾਡਾ ਨੈਸ਼ਨਲ ਲੀਡਰ ਜਿਹੜਾ ਸਾਡਾ ਨੈਸ਼ਨਲ ਕਨਵੀਨਰ ਹੈ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ, ਉਹ IIT ਦੇ ਗ੍ਰੈਜੂਏਟ ਹੈ ਔਰ ਬਹੁਤ ਵੱਡੇ ਅਫਸਰ ਸੀ। ਰਾਜਨੀਤੀ ਨੂੰ ਬਦਲਣ ਵਾਸਤੇ ਆਪਣੀ ਅਫਸਰੀ ਨੂੰ ਲੱਤ ਮਾਰ ਕੇ ਆਇਆ। ਉਹ ਸਾਡੇ ਕੋਲ ਰਾਹੁਲ ਗਾਂਧੀ ਵਰਗੇ ਪੱਪੂ ਟਾਈਪ ਲੀਡਰ ਥੋੜੀ ਹੈ। ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਸੁਪਰੀਮੋ ਹੈ। ਅਸੀਂ ਉਹਨਾਂ ਤੋਂ ਗਾਈਡੈਂਸ ਲੈਂਦੇ ਹਾਂ, ਅਸੀਂ ਉਹਨਾਂ ਨਾਲ ਸਲਾਹ ਕਰਦੇ ਹਾਂ, ਉਹ ਸਾਨੂੰ ਦੱਸਦੇ ਵੀ ਹੈ। ਲੇਕਿਨ ਪੰਜਾਬ ਦੀ ਸਰਕਾਰ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਚਲਾਉਂਦੇ ਆ। ਲੇਕਿਨ ਇੱਕ ਪਾਰਟੀਆਂ ਦਾ ਸਿਸਟਮ ਹੈ,
ਪਾਰਟੀਆਂ ਦੀ ਜਿਹੜੀ ਸੁਪਰੀਮ ਲੀਡਰਸ਼ਿਪ ਹੁੰਦੀ ਆ ਉਹਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ, ਉਹਨਾਂ ਤੋਂ ਗਾਈਡੈਂਸ ਲਈ ਜਾਂਦੀ ਆ, ਇਹਦੇ ਕੋਈ ਦੋ ਰਾਏ ਨਹੀਂ ਹੈ। ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਐਕਸਪੀਰੀਅੰਸ ਹੈ, ਜਿਹੜਾ ਅਨੁਭਵ ਹੈ ਸਰਕਾਰ ਚਲਾਉਣ ਤੋਂ ਲੈ ਕੇ ਬਿਊਰੋਕ੍ਰੇਸੀ ਤੱਕ, ਉਹ ਬਹੁਤ ਵੱਡਾ ਹੈ ਔਰ ਖੁਦ ਉਹ ਇੱਕ ਬਹੁਤ ਵੱਡੇ ਜਿਹੜੇ ਐਜੂਕੇਟਡ ਆਦਮੀ ਹੈ, ਜਿਹੜੇ IIT ਦੇ ਗ੍ਰੈਜੂਏਟ ਹੈ। ਸੋ ਇਹ ਮੈਨੂੰ ਨਹੀਂ ਸਮਝ ਆ ਰਹੀ ਬਾਜਵਾ ਸਾਹਿਬ ਕਿਹੜੇ ਸੰਦਰਭ ਜਾਂ ਸੁਖਬੀਰ ਬਾਦਲ ਤੇ ਛੱਡ ਹੀ ਦੋ ਨਾ। ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਰਾਜਨੀਤੀ 'ਚ ਇਰਰੈਲੇਵੈਂਟ ਹੈ ਇਸ ਟਾਈਮ। ਸੁਖਬੀਰ ਬਾਦਲ ਨੇ ਅੱਜ ਜਿਹੜਾ ਰੋਡ ਸ਼ੋਅ ਸੀ ਤੁਹਾਡਾ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਇਹ ਭਗਵੰਤ ਮਾਨ ਰੋਡ ਸ਼ੋਅ ਘੱਟ ਸੀ, ਪੰਜਾਬ ਪੁਲਿਸ ਦਾ ਰੋਡ ਸ਼ੋਅ ਸੀ। ਸਿਵਲ ਕੱਪੜਿਆਂ ਦੇ ਵਿੱਚ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਸੀ, ਆਮ ਤੌਰ ਤੇ ਉੱਥੇ ਲੋਕ ਨਜ਼ਰ ਨਹੀਂ ਆਉਂਦੇ, ਉਹਨਾਂ ਦਾ ਵਿਰੋਧ ਹੋਇਆ, ਉਹ ਕਹਿ ਰਹੇ ਨੇ ਡਟ ਕੇ ਵਿਰੋਧ ਹੋ ਰਿਹਾ ਬਰਨਾਲਾ ਏਰੀਆ ਦੇ ਵਿੱਚ। ਦੇਖੋ ਸੁਖਬੀਰ ਸਿੰਘ ਬਾਦਲ ਨੂੰ ਤਾਂ ਮੈਂ ਇਹ ਪੁੱਛਣਾ ਚਾਹੁੰਦਾ, ਜਿਹੜੀ ਪਾਰਟੀ 3 ਸੀਟਾਂ ਤੇ ਸੀਮਿਤ ਰਹਿ ਗਈ, ਜਿਹੜੇ ਆਪ ਹਾਰ ਗਏ, ਵੱਡੇ ਬਾਦਲ ਸਾਹਿਬ ਹਾਰ ਗਏ, ਇਹਨਾਂ ਦੇ ਸਾਲਾ ਸਾਹਿਬ ਹਾਰ ਗਏ, ਇਹਨਾਂ ਦੇ ਜੀਜਾ ਸਾਹਿਬ ਹਾਰ ਗਏ, ਜਿਹੜੇ ਆਪ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਆ ਔਰ ਹਜ਼ਾਰਾਂ ਵੋਟਾਂ ਨਾਲ, ਉਹ ਸਾਡੇ ਤੇ ਕੀ ਸਵਾਲ ਕਰਨਗੇ। ਦੂਜੀ ਗੱਲ, ਇਹ ਬੜੇ ਰੌਲਾ ਪਾ ਰਹੇ ਬੰਦੀ ਸਿੰਘਾਂ ਦੀ ਗੱਲ, ਇਹਨਾਂ ਨੂੰ ਪੁੱਛੋ ਤੁਸੀਂ ਹਸਬੈਂਡ ਵਾਈਫ ਦੋਨੋਂ ਮੈਂਬਰ ਪਾਰਲੀਮੈਂਟ ਹੋ। ਹਰਸਿਮਰਤ ਕੌਰ ਜੀ ਵੀ ਬਾਦਲ ਮੈਂਬਰ ਪਾਰਲੀਮੈਂਟ ਹੈ, ਸੁਖਬੀਰ ਸਿੰਘ ਬਾਦਲ ਵੀ ਹੈ, ਤੇ ਕਿਉਂ ਨਹੀਂ ਇਹ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਲੈਂਦੇ। ਅਸੀਂ ਬੰਦੀ ਸਿੰਘ ਨਹੀਂ ਹੈਗੇ, ਅਸੀਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਨਹੀਂ ਹੈਗੇ। ਸਵਾਲ ਕੀਤਾ ਗਿਆ ਸੀ। ਨਹੀਂ, ਇਹ ਕੀ ਆ ਬੰਦੀ ਸਿੰਘ, ਉਹ ਇਹ ਕਹਿੰਦੇ ਨਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂਬਰ ਪਾਰਲੀਮੈਂਟ ਬਣਾਓ ਸਾਡੀ ਕੈਂਡੀਡੇਟ ਨੂੰ, ਇਹੀ ਕਹਿੰਦੇ ਹਨ। ਇਹ ਤਾਂ ਦੋਵੇਂ ਮੈਂਬਰ ਰਹੇ ਆ, ਇਹ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 'ਚ ਵੀ ਭਾਗੀਦਾਰ ਰਹੇ ਆ, ਇਹ ਮੋਦੀ ਦੀ ਸਰਕਾਰ 'ਚ ਵੀ ਭਾਗੀਦਾਰ ਰਹੇ। ਉਦੋਂ ਇਹਨਾਂ ਨੂੰ ਯਾਦ ਕਿਉਂ ਨਹੀਂ ਆਈ ਬੰਦੀ ਸਿੰਘਾਂ ਦੀ? ਇਹਨਾਂ ਨੂੰ ਉਦੋਂ ਸਿੱਖਾਂ ਦੀ ਯਾਦ ਆਉਂਦੀ ਆ ਜਦੋਂ ਇਹ ਸੱਤਾ ਤੋਂ ਬਾਹਰ ਹੋ ਜਾਂਦੇ ਆ। ਸੋ ਇਹ ਸਭ ਡਰਾਮੇਬਾਜ਼ੀ ਆ। ਅਰਵਿੰਦ ਕੇਜਰੀਵਾਲ ਸਾਈਨ ਕਰਦੇ ਤਾਂ ਸੁੱਟ ਸਕਦੇ ਨੇ, ਕਿ ਤੁਹਾਨੂੰ ਲੱਗਦਾ ਕਿ ਬਾਕੀ ਜਵਾਨ ਵਿੱਚ ਕੋਈ ਮਨਾ ਨਹੀਂ ਹੈ, ਕੋਈ ਮਨਾ ਨਹੀਂ। ਸਾਡੀ ਸਰਕਾਰ ਆਲਵੇਜ਼ ਜਿਹੜੀ ਜੋ ਮਾਨਯੋਗ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਔਰ ਪ੍ਰੈਜ਼ੀਡੈਂਟ ਆਫਿਸ ਨੇ ਜੋ ਫੈਸਲਾ ਲਊਗਾ, ਆਮ ਆਦਮੀ ਪਾਰਟੀ ਉਹ ਫੈਸਲੇ ਤੇ ਫੁੱਲ ਚੜਾਊਗੀ। ਆਮ ਤੌਰ ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦੇਖਦੇ ਨੇ, ਉਹ ਗਲਤ ਮੈਂ ਵੀ ਕਹਿੰਦਾ ਕਲੀਅਰ ਕਿਸ ਤਰ੍ਹਾਂ, ਮਤਲਬ ਕਿ ਫਾਈਲ ਕਿੱਥੇ ਅੜੀ ਹੋਈ ਹੈ, ਕਿ ਵਾਕਈ ਅਰਵਿੰਦ ਕੇਜਰੀਵਾਲ ਦਾ ਕੋਈ ਰੋਲ ਹੈ ਉਸ ਦੇ ਵਿੱਚ, ਕਿ ਬਾਕੀ ਅਗਰ ਅਰਵਿੰਦ ਕੇਜਰੀਵਾਲ ਦੇ ਸਾਈਨ ਕਰਨ ਤੋਂ ਬਾਅਦ ਉਹ ਰਾਜੋਆਨਾ ਘਰ ਵਾਪਸੀ ਹੋ ਸਕਦੀ ਹੈ ਉਹਨਾਂ ਦੀ। ਦੇਖੋ ਪ੍ਰੈਜ਼ੀਡੈਂਟ ਆਫਿਸ ਦਾ ਰੋਲ ਰਹਿੰਦਾ ਹੈ, ਪ੍ਰੈਜ਼ੀਡੈਂਟ ਆਫਿਸ ਨੇ ਅਖੀਰਲਾ ਫੈਸਲਾ ਲੈਣਾ ਹੈ, ਤੇ ਪ੍ਰੈਜ਼ੀਡੈਂਟ ਜਿਹੜਾ ਆਫਿਸ ਲਊਗਾ ਫੈਸਲਾ, ਤੇ ਅਸੀਂ ਕਦੋਂ ਮਨਾ ਕਰਦੇ ਹਾਂ। ਰਾਜੀਵ ਗਾਂਧੀ ਦੇ ਹਥਿਆਰੇ ਛੁੱਟੇ ਆ ਨਾ, ਪ੍ਰੈਜ਼ੀਡੈਂਟ ਦੇ ਉਹਦੇ ਨਾਲ ਛੁੱਟੇ ਆ। ਸੂਬੇ ਨੂੰ ਜਦੋਂ ਉਹ ਕਹਿਣਗੇ ਸੂਬਾ ਤਾਂ ਤਿਆਰ ਹੈ, ਕੋਈ ਐਸੀ ਗੱਲ ਹੀ ਨਹੀਂ। ਇਹ ਸਭ ਪ੍ਰੋਪੇਗੈਂਡਾ, ਇਹ ਸਿਰਫ ਤੇ ਸਿਰਫ ਆਮ ਆਦਮੀ ਇਹਨਾਂ ਕੋਲ ਕੋਈ ਹੋਰ, ਦੇਖੋ ਇਹਨਾਂ ਕੋਲ ਕੋਈ ਸਵਾਲ ਹੈਗਾ ਸਵਾਇਰ ਤੋਂ, ਕੇਜਰੀਵਾਲ ਆ ਗਿਆ ਜੀ, ਕੇਜਰੀਵਾਲ ਜੀ ਦਾ ਇਹਨਾਂ ਨੂੰ ਖੌਫ ਹੈ, ਕੇਜਰੀਵਾਲ ਜੀ ਤੋਂ ਇਹ ਡਰਦੇ ਆ, ਔਰ ਇਹ ਰਾਜਨੀਤਿਕ ਤੌਰ ਤੇ ਬਿਲਕੁਲ ਇਰਰੈਲੇਵੈਂਟ ਹੋ ਚੁੱਕੀ। ਇਹਨਾਂ ਲੋਕਾਂ ਦੀ ਰਾਜਨੀਤਿਕ ਜ਼ਮੀਨ ਜਿਹੜੀ ਆ ਧੱਸ ਚੁੱਕੀ, ਖਤਮ ਹੋ ਚੁੱਕੀ। ਇਹ ਲੋਕਾਂ ਚੋਂ ਨਕਾਰੇ ਹੋਏ ਆ, ਇਹਨਾਂ ਨੂੰ ਦਿਨ ਰਾਤ ਸੁਪਨੇ ਜਿਹੜੇ ਆ ਕੇਜਰੀਵਾਲ ਜੀ ਦੇ ਔਰ ਮਾਨ ਸਾਹਿਬ ਦੇ ਔਰ ਆਮ ਆਦਮੀ ਪਾਰਟੀ ਦੇ ਆਈ ਜਾਂਦੇ। ਸਰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਨੇ ਪ੍ਰਚਾਰ ਕਰਿਆ ਤੁਹਾਡੇ ਖਿਲਾਫ ਸਿਕਿਉਰਿਟੀ ਦੇ ਮਸਲੇ ਦੇ ਉੱਪਰ ਲੈ ਕੇ, ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਡੈਥ ਹੁੰਦੀ ਆ, ਉਹ ਕਹਿ ਰਹੇ ਨੇ ਸੁਖਬੀਰ ਬਾਦਲ ਤੋਂ ਸਿੱਧੂ ਤੱਕ, ਕਾਂਗਰਸ ਕਹਿ ਰਹੀ ਹੈ, ਰਾਜਾ ਵੜਿੰਗ ਕਹਿ ਰਹੇ ਨੇ ਕਿ ਅਗਰ ਇਹਨਾਂ ਨੇ ਢੰਡੋਰਾ ਨਾ ਪਿੱਟਿਆ ਹੁੰਦਾ ਤਾਂ ਉਹ ਚੀਜ਼ਾਂ, ਚਿੱਠੀਆਂ ਲੀਕ ਨਾ ਕਰੀਆਂ ਹੁੰਦੀਆਂ, ਉਹ ਜਾਣਕਾਰੀ ਲੀਕ ਨਾ ਕਰੀ ਤਾਂ ਉਹ ਨਾ ਹੁੰਦਾ, ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਹੈ, ਜਾਂ ਕਿਤੇ ਨਾ ਕਿਤੇ ਅਣਚਾਹੇ ਜਾਂ ਗਲਤੀ ਜਿਹੜੀ ਉਹ ਹੋਈ ਆ, ਜਾਂ ਇਹ ਚੀਜ਼ਾਂ ਸਾਹਮਣੇ ਆਈਆਂ? ਨਹੀਂ ਦੇਖੋ, ਇੱਕ ਤੇ ਜਿਹੜੀ ਸਿੱਧੂ ਮੂਸੇਵਾਲਾ ਜੀ ਦੀ ਮੌਤ ਹੈ ਉਹ ਬੜੀ ਦੁਖਦਾਈ ਹੈ, ਟ੍ਰੈਜਿਕ ਮੌਤ ਹੈ, ਬਹੁਤ ਹੀ ਮੰਦਭਾਗੀ ਘਟਨਾ ਹੈ, ਅਨਫੋਰਚੂਨੇਟ ਹੈ। ਮਤਲਬ ਉਹ ਤੇ ਸਾਰੀ ਦੁਨੀਆ 'ਚ ਇੱਕ ਗਮ ਦਾ ਮਾਹੌਲ ਉਹਦੇ ਨਾਲ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਾਡਾ ਸਿਤਾਰਾ ਸੀ, ਪੰਜਾਬ ਦਾ ਬਹੁਤ ਵੱਡਾ ਸਿਤਾਰਾ, ਵਰਲਡ ਲੈਵਲ ਦਾ ਸਿਤਾਰਾ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹੈ ਵੀ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਹੈ ਜੀ, ਗੈਂਗਸਟਰ ਕਲਚਰ ਹੈ, ਗੈਂਗ ਕਲਚਰ ਹੈ, ਇਹਦੀ ਸ਼ੁਰੂਆਤ ਕਿੰਨੇ ਕੀਤੀ, ਇਹਨੂੰ ਪੈਟਰੋਨਾਈਜ਼ ਕਿੰਨੇ ਕੀਤਾ? ਇਹ ਰਾਤੋਂ ਰਾਤ ਥੋੜ੍ਹੀ ਬਣ ਗਿਆ। ਸਿੱਧੂ ਮੂਸੇਵਾਲਾ ਸਾਹਿਬ ਤੇ ਉਹਦੇ ਸ਼ਿਕਾਰ ਹੋ ਗਏ ਆ ਜਿਹੜੇ ਇਹਨਾਂ ਦੇ ਬਣਾਏ ਕਰਿੰਦੇ ਆ। ਇਹਨਾਂ ਦੇ ਤੇ ਇਹ ਦੱਸਣ, ਉਸ ਤੋਂ 6 ਮਹੀਨੇ ਪਹਿਲਾਂ ਅਕਾਲੀ ਦਲ ਦੇ ਲੀਡਰ ਦੀ ਮੁਹਾਲੀ 'ਚ ਮੌਤ ਹੋਈ ਆ, ਉਸ ਤੋਂ 1 ਸਾਲ ਪਹਿਲਾਂ ਅਕਾਲੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਫਰੀਦਕੋਟ 'ਚ ਗੋਲੀਆਂ ਮਾਰ ਕੇ ਮੌਤ ਹੋਈ, ਉਸ ਤੋਂ ਪਹਿਲਾਂ ਇੱਕ ਫਿਰ ਯੂਥ ਕਾਂਗਰਸ ਦੇ ਲੀਡਰ ਦੀ ਚੰਡੀਗੜ੍ਹ ਮੌਤ ਹੁੰਦੀ, ਉਸ ਤੋਂ ਪਹਿਲਾਂ ਲੁਧਿਆਣੇ ਜਿਹੜਾ ਹੈ 2014 ਅਕਾਲੀ ਦਲ ਦੀ ਸਰਕਾਰ 'ਚ ਰਵੀ ਖਵਾਜਕੇ ਜਿਹੜਾ ਅਕਾਲੀ ਦਲ ਦਾ ਸਰਪੰਚ ਸੀ, ਉਹਦੀ ਮੌਤ ਗੋਲੀਆਂ ਮਾਰ ਕੇ ਹੋਈ। ਇਹ ਦੇਖੋ ਨਾ, ਇਹ ਕੀ ਆ, ਮਾਨ ਸਾਹਿਬ ਤੇ ਇਹ ਸਾਰੀ ਚੀਜ਼ ਨੂੰ ਜਿਹੜਾ ਹੈ, ਇਸ ਬੁਰਾਈ ਨੂੰ ਖਤਮ ਕਰ ਰਿਹਾ, ਔਰ ਉਹਨਾਂ ਨੇ ਇਸੇ ਕਰਕੇ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਬਣਾਈ ਸੀ। ਸੋ ਗੱਲ ਇਹ ਆ, ਇਲੈਕਸ਼ਨ ਜਿਹੜਾ ਆ, ਇਲੈਕਸ਼ਨ ਮੁੱਦਿਆਂ 'ਤੇ ਲੜਿਆ ਜਾਣਾ ਹੈ, ਇਲੈਕਸ਼ਨ ਸਾਡੀ 3 ਮਹੀਨਿਆਂ ਦੀ ਕਾਰਗੁਜ਼ਾਰੀ 'ਤੇ ਲੜਿਆ ਜਾਣਾ ਹੈ, ਇਲੈਕਸ਼ਨ ਇਹ ਲੋਕਾਂ ਨੇ ਜਿਹੜੀ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ ਉਹਦੇ 'ਤੇ ਲੜਿਆ ਜਾਣਾ ਹੈ। ਇਹਨਾਂ ਨੂੰ ਆਤਮ ਪੜਚੋਲ ਕਰਨਾ ਚਾਹੀਦਾ ਹੈ ਵੀ ਇਹ
ਜਿਹੜੇ ਕਹਿੰਦੇ 25 ਸਾਲ ਰਾਜ ਕਰਾਂਗੇ, ਅੱਜ 25 ਸੀਟਾਂ ਨਹੀਂ ਰਹਿ ਗਈਆਂ ਇਹਨਾਂ ਕੋਲ, ਤਾਂ 3 ਸੀਟਾਂ ਵੀ ਨਹੀਂ ਰਹਿ ਗਈਆਂ, 3 ਹੀ ਹੈ ਸ਼ਾਇਦ, ਇੱਕ BSP ਦੀ ਹੈ। ਸੋ ਇਹ ਲੋਕਾਂ ਨੂੰ ਆਤਮ ਪੜਚੋਲ ਕਰਨੇ ਚਾਹੀਦਾ, ਔਰ ਸਿਸਟਮ ਕਰੋ ਲੇਕਿਨ ਕੰਸਟਰਕਟਿਵ ਕਰੋ, ਮੁੱਦਿਆਂ ਤੇ ਕਰੋ। ਇਹ ਨਹੀਂ ਹੈ ਵੀ ਕਿਸੇ ਦਾ ਨੌਜਵਾਨ ਪੁੱਤ ਮਰ ਗਿਆ ਤਾਂ ਉਹਦੀ ਮੌਤ ਤੇ ਰਾਜਨੀਤੀ ਕਰੋ। ਇਹੀ ਕਰਨਾ ਚਾਹੁੰਦਾ ਸੀ ਰਾਜਾ ਵੜਿੰਗ, ਉਹਦੇ ਪਿਓ ਨੇ ਟੋਕਿਆ ਨਾ, ਸਿੱਧੂ ਸਾਹਿਬ ਦੇ ਫਾਦਰ ਨੂੰ ਆਖਰਕਾਰ ਬੋਲਣਾ ਪਿਆ ਵੀ ਮੇਰੇ ਬੇਟੇ ਦੀ ਮੌਤ ਤੇ ਰਾਜਨੀਤੀ ਨਾ ਕਰੋ। ਇਹ ਹਾਲਾਤ ਹੈ ਇਹਨਾਂ ਦੇ। ਭਾਜਪਾ ਕਹਿ ਰਹੀ ਹੈ ਕਿ ਉਰੇ ਹਵਾਈ ਅੱਡਾ ਲੈ ਕੇ ਆਵਾਂਗੇ, ਅੰਤਰਰਾਸ਼ਟਰੀ ਜਿਹੜਾ ਹਵਾਈ ਅੱਡਾ ਉਰੇ ਹੋਏਗਾ, ਉਹਨਾਂ ਦੇ ਵੀ ਦੁਬਾਰਾ ਪ੍ਰਚਾਰ ਕੇ ਲੱਗਦਾ ਕਿ ਤੁਹਾਨੂੰ? ਦੇਖੋ, ਭਾਜਪਾ ਨੇ ਅਗਰ ਕੁਝ ਕਰਨਾ ਹੈ ਪੰਜਾਬ ਲਈ, ਸੁਹਰਦਤਾ ਨਾ, ਡਰਾਮੇਬਾਜ਼ੀ ਨਾ ਕਰਨ। ਮਾਨ ਸਾਹਿਬ ਨੇ ਰਿਕੁਐਸਟ ਭੇਜੀ ਹੋਈ ਹੈ ਆਲਰੇਡੀ ਹੋਮ ਮਿਨਿਸਟਰ ਨੂੰ, ਮੋਹਾਲੀ ਤੋਂ ਯੂਰਪ ਔਰ ਨਾਰਥ ਅਮਰੀਕਾ ਨੂੰ ਫਲਾਈਟਾਂ ਚਲਾਈਆਂ ਜਾਣ, ਅੰਮ੍ਰਿਤਸਰ ਤੋਂ ਚਲਾਈਆਂ ਜਾਣ। ਜੇ ਭਾਜਪਾ ਕਰਨ ਜੀ ਕਰਨ, ਇਹ ਡਰਾਮੇ ਨਾ ਕਰਨ। ਔਰ ਪੰਜਾਬ 'ਚ ਨਫ਼ਰਤ ਦੀ ਰਾਜਨੀਤੀ ਦੀ ਕੋਈ ਜਗ੍ਹਾ ਨਹੀਂ। ਅੱਛਾ ਸਰ, ਅਗਰ ਦੇਖਿਆ ਜਾਵੇ ਤਾਂ ਹੁਣ ਜਿਹੜੀਆਂ ਕਿ ਆਮ ਆਦਮੀ ਪਾਰਟੀ ਇਸ ਸਮੇਂ ਉਰੇ ਕਾਂਗਰਸ ਹੈ, ਭਾਜਪਾ ਹੈ, ਸਿਮਰਜੀਤ ਸਿੰਘ ਮਾਨ ਹੈ, ਤਾਂ ਮੁਕਾਬਲਾ ਕਿਸ ਤਰ੍ਹਾਂ ਦੇਖਦੀ ਹੈ? ਮੁਕਾਬਲਾ ਦੇਖਦੀ ਆ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਭਗਵੰਤ ਸਿੰਘ ਮਾਨ ਵੱਡੀ ਲੀਡ ਲੈ ਕੇ ਜਿੱਤੇ ਸੀ, 2.5 ਲੱਖ ਦੇ ਕਰੀਬ ਵੋਟ ਦੀ ਲੀਡ ਸੀ, ਉਸ ਤੋਂ ਬਾਅਦ ਥੋੜੀ ਘਟੀ, ਤਾਂ ਇਸ ਵਾਰ ਦਾ ਰੁਝਾਨ ਕਿਵੇਂ ਦੇਖਦੇ ਹੋ? ਲੀਡ ਤੇ ਬਿਹਤਰ, ਬਹੁਤ ਵਧੀਆ ਹੋਊਗੀ। ਔਰ ਦੇਖੋ, ਵਿਰੋਧੀ ਹੈਗੇ ਆ, ਲੇਕਿਨ ਜੇ ਮੈਂ ਤੁਹਾਨੂੰ ਕਹਾਂ ਕੰਟੈਸਟ ਜਿਹੜਾ ਹੈ ਉਹ 'ਚ ਕੋਈ ਕੰਪੀਟੀਸ਼ਨ ਹੈ, ਮੈਨੂੰ ਨਹੀਂ ਲੱਗਦਾ। ਕੰਪੀਟੀਸ਼ਨ ਨਹੀਂ ਹੈਗਾ। ਬਾਕੀ ਇਲੈਕਸ਼ਨ ਤੇ ਸਾਰਿਆਂ ਦਾ ਰਾਈਟ ਹੈ ਲੜਨ ਦਾ। ਸਾਡਾ ਮਾਰਜਨ ਵੀ ਬਹੁਤ ਵੱਡਾ ਰਹੂਗਾ, ਜਿੱਤ ਵੀ ਵੱਡੀ ਹੋਊਗੀ। ਔਰ ਇਹਨਾਂ 'ਚੋਂ ਤੇ ਮੈਨੂੰ ਲੱਗਦਾ ਕੁਝ ਪਾਰਟੀਆਂ ਦੀਆਂ ਤੇ ਜ਼ਮਾਨਤਾਂ ਹੀ ਜ਼ਬਤ ਹੋ ਜਾਣਗੀਆਂ, ਮੁਸ਼ਕਲ ਹੈ ਮਨਾਉਣ। ਸੋ ਮੈਨੂੰ ਨਹੀਂ ਲੱਗਦਾ ਇਲੈਕਟੋਰਲ ਕੰਪੀਟੀਸ਼ਨ ਸਾਡਾ ਕੋਈ ਨਹੀਂ ਹੈਗਾ ਇਹਨਾਂ ਨਾਲ। ਉਹਦਾ ਬੋਲੀ ਜਿੰਨਾ ਮਰਜ਼ੀ ਜਾਣ। ਆਖਰੀ ਦੌਰ ਦੇ ਵਿੱਚ ਪ੍ਰਚਾਰ ਹੈ, ਅਰਵਿੰਦ ਕੇਜਰੀਵਾਲ ਪ੍ਰਚਾਰ ਲਈ ਉਰੇ ਆਉਣਗੇ ਜਾਂ ਫਿਰ CM ਭਗਵੰਤ ਸਿੰਘ ਮਾਨ ਦੇ ਕਿੰਨੇ ਰੋਡ ਸ਼ੋ, ਕਿਹੜੇ? ਡੈਫੀਨੇਟਲੀ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ, ਮਾਨ ਸਾਹਿਬ ਤੇ ਆ ਹੀ ਚੁੱਕੇ ਆ, ਅੱਜ ਮਾਨ ਸਾਹਿਬ ਨੇ ਸ਼ੁਰੂਆਤ ਕਰਤੀ ਆ। ਔਰ ਬਾਕੀ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਹੈ ਉਹ ਵੀ ਆਉਣ ਵਾਲੇ ਦਿਨਾਂ 'ਚ ਸੰਗਰੂਰ ਇਲੈਕਸ਼ਨ 'ਚ ਕੰਪੇਨ ਵਾਸਤੇ ਜ਼ਰੂਰ ਆਊਗੀ, ਔਰ ਉਹਦਾ ਅਸੀਂ ਸ਼ਡਿਊਲ ਵੀ ਇੱਕ ਅੱਧੇ ਦਿਨ 'ਚ ਜਾਰੀ ਕਰ ਦਾਂਗੇ। ਸਰ ਲਾਸਟ ਦੇ ਵਿੱਚ ਜਿਹੜੇ ਕਿ ਕੁਝ ਬੱਚੀਆਂ ਜਿਹੜੀਆਂ ਪਾਣੀ ਦੀ ਟੈਂਕੀ ਦੇ ਉੱਪਰ ਚੜ੍ਹੀਆਂ ਹੋਈਆਂ ਨੇ, ਕਿ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ, ਕਿਉਂਕਿ ਇਲੈਕਸ਼ਨ ਦਾ ਦੌਰ ਵੀ ਹੈ, ਪਰ ਹੱਕੀ ਮੰਗਾਂ ਨੂੰ ਲੈ ਕੇ ਉਹ ਫਿਰ ਪਾਣੀ ਸਰਕਾਰੀ ਹਸਪੀਟਲ ਦੀ ਪਾਣੀ ਟੈਂਕੀ ਤੇ ਕਈ ਦਿਨਾਂ ਤੋਂ ਲਗਾਤਾਰ ਉਹ ਬੱਚੀਆਂ ਨੇ ਜਿਹੜੀਆਂ ਬੱਚੀਆਂ ਅਰਵਿੰਦ ਕੇਜਰੀਵਾਲ ਨੂੰ ਮਿਲੀਆਂ ਸੀ। ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਨੀਚੇ ਉਤਾਰਿਆ ਸੀ, ਉਹਨਾਂ ਨੇ ਕਿਹਾ ਸੀ ਕਿ ਬੱਚਿਆਂ ਦੀ ਜਗ੍ਹਾ ਉੱਪਰ ਨਹੀਂ ਹੈਗੀ, ਥੱਲੇ ਸਾਡੀ ਸਰਕਾਰ ਆਉਣ 'ਤੇ। ਉਹ ਤਸਵੀਰ ਲਾ ਕੇ ਬੈਠੀਆਂ ਹੋਈਆਂ ਨੇ ਅਰਵਿੰਦ ਕੇਜਰੀਵਾਲ ਦੀ ਮਿਲਾਪ ਵਾਲੀ, ਕਿ ਉਹਦੇ ਨਾਲ ਕੋਈ ਤੁਹਾਡੇ ਧਿਆਨ 'ਚ ਹੈ ਮਾਮਲਾ ਇਹ, ਤੁਸੀਂ ਗਏ ਹੋ? ਮਾਨ ਸਾਹਿਬ ਦੇ ਧਿਆਨ 'ਚ ਹਰੇਕ ਚੀਜ਼ ਹੈ। ਮੇਰੀ ਉਹਨਾਂ ਨੂੰ ਇਹੀ ਅਪੀਲ ਹੈ, ਬੱਚਿਆਂ ਨੂੰ ਔਰ ਨੌਜਵਾਨਾਂ ਨੂੰ, ਬੇਟੀਆਂ ਨੂੰ, ਸਾਡੀਆਂ ਭੈਣਾਂ ਨੂੰ, ਵੀ ਤੁਸੀਂ ਥੋੜ੍ਹਾ ਪੇਸ਼ੈਂਸ ਰੱਖੋ। ਸਾਰਿਆਂ ਦੇ ਜਿਹੜੇ ਮਸਲੇ ਆ ਐਡਰੈਸ ਸਰਕਾਰ ਕਰੂਗੀ। ਔਰ ਮਾਨ ਸਾਹਿਬ ਬਹੁਤ ਗੰਭੀਰਤਾ ਨਾਲ, ਸੰਜੀਦਗੀ ਨਾਲ, ਫਿਕਰਮੰਦੀ ਨਾਲ ਕੰਮ ਕਰ ਰਹੇ ਆ। ਇੱਕ ਇੱਕ ਕਰਕੇ ਸਾਰੇ ਕੰਮ ਹੋਣਗੇ। ਥੋੜ੍ਹਾ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ, ਇੰਨੀ ਜਲਦੀ ਨਹੀਂ। ਮਤਲਬ ਵੀ ਤੁਸੀਂ ਇੱਥੇ ਮਤਲਬ ਸਰਕਾਰ ਬਣੀ ਨੂੰ ਮਹੀਨਾ ਵੀ ਨਹੀਂ ਹੋਇਆ ਸੀ, ਜਦੋਂ ਤੁਸੀਂ ਇਸ ਤਰ੍ਹਾਂ ਨਾ ਕਰੋ, ਥੋੜ੍ਹਾ ਸਮਾਂ ਦਿਓ ਔਰ ਇਹ ਨੌਜਵਾਨਾਂ ਦੇ ਜਿਹੜੇ ਮਸਲੇ ਉਹ ਐਡਰੈਸ ਕਰਾਂਗੇ। ਦਲਵੀਰ ਸਿੰਘ ਗੋਲਡੀ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ, ਉਹਨਾਂ ਨਾਲ ਵੀ ਆ ਕੇ ਗਏ ਨੇ, ਜੋ ਕਹਿ ਰਹੇ ਨੇ ਕਿ ਬਠਿੰਡਾ ਪੁਲਿਸ ਜਿਹੜੀਆਂ ਬੱਚੀਆਂ ਨੇ ਉਹ ਬਠਿੰਡਾ ਨਾਲ ਸੰਬੰਧਿਤ ਹੋਣਗੀਆਂ, ਉਹਨਾਂ ਦੇ ਘਰਦਿਆਂ ਨੂੰ ਦਬਾਅ ਪਾ ਰਹੀ ਹੈ ਜਾ ਕੇ ਕਿ ਥੋੜੇ ਬੱਚੇ ਨੂੰ ਥੱਲੇ ਲਾਓ, ਨਹੀਂ ਇੱਦਾਂ ਕਰਾਂਗੇ, ਨਹੀਂ ਅਸੀਂ ਕਹਿ ਰਹੇ ਨੇ ਪ੍ਰਚਾਰ ਛੱਡ ਦਾਂਗੇ, ਪਰ ਇਹਨਾਂ ਦੇ ਹੱਕ 'ਚ ਖੜੇ। ਇਹ ਦੇਖੋ, ਦਬਾਅ ਦੀ ਰਾਜਨੀਤੀ, ਪਰਚਾ ਕਲਚਰ ਸਾਡੀ ਸਰਕਾਰ ਦਾ ਕਲਚਰ ਨਹੀਂ ਹੈ, ਸਾਡੀ ਪਾਰਟੀ ਦਾ ਵੀ ਇਹ ਟ੍ਰੈਂਡ ਨਹੀਂ ਹੈ। ਅਸੀਂ ਤੇ ਜਿਹੜਾ ਪਰਚਾ ਕਲਚਰ ਖਤਮ ਕਰਤਾ। ਈਵਨ ਮਾਨ ਸਾਹਿਬ ਨੇ ਤੇ ਇਹ ਵੀ ਕਿਹਾ ਹੋਇਆ ਵੀ ਜਿਹੜਾ ਵੀ ਪਿਛਲੇ 10-15 ਸਾਲਾਂ 'ਚ ਅਕਾਲੀ ਦਲ, ਕਾਂਗਰਸ ਤੇ ਵੀ ਜਿਹੜੇ ਪਰਚੇ ਹੋਏ ਆ ਲੋਕਾਂ ਤੇ, ਆਮ ਸਧਾਰਨ ਪਿੰਡਾਂ ਵਾਲੇ ਲੋਕਾਂ ਤੇ, ਉਹ ਪਰਚੇ ਵੀ ਅਸੀਂ ਖਤਮ ਕਰ ਦੇਣੇ ਆ। ਲੋਕਾਂ ਨੂੰ ਇਹ ਲੋਕ ਇਹੀ ਰਾਜਨੀਤੀ ਕਰਦੇ ਸੀ, ਧੜੇਬਾਜ਼ੀਆਂ 'ਚ ਇੱਕ ਦੂਜੇ ਨੂੰ ਲੜਾਈ ਜਾਣਾ, ਪਿੰਡਾਂ 'ਚ ਵਿਵਾਦ ਖੜੇ ਕਰਨੇ। ਸੋ ਮਾਨ ਸਾਹਿਬ ਦੀ ਸਰਕਾਰ ਇਹ ਪਰਚਾ ਕਲਚਰ ਵੀ, ਪੁਲਿਸ ਦਾ ਦਬਾਅ ਪਾਉਣਾ, ਕਿਸੇ ਦੇ ਘਰ ਪੁਲਿਸ ਭੇਜਣੀ, ਬਿਲਕੁਲ ਨਹੀਂ। ਪੁਲਿਸ ਦਾ ਜਿਹੜਾ ਕੰਮ ਹੈ ਉਹ ਪੁਲਿਸ ਆਪਣਾ ਇਮਾਨਦਾਰੀ ਨਾਲ ਕਰੂਗੀ, ਜ਼ਿੰਮੇਵਾਰੀ ਨਾਲ ਕਰੂਗੀ। ਸਰਕਾਰ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਰਕਿੰਗ 'ਚ ਇੰਟਰਫੇਅਰ ਨਹੀਂ ਕਰਦੀ। ਔਰ ਇਹ ਦਬਾਅ ਦੀ ਔਰ ਪਰਚਾ ਕਲਚਰ ਦੀ ਰਾਜਨੀਤੀ ਆਮ ਆਦਮੀ ਪਾਰਟੀ ਬਿਲਕੁਲ ਨਹੀਂ। ਮਹਿਲਾਵਾਂ ਵਾਲੀ ਗਰੰਟੀ ਕਦੋਂ ਤੱਕ ਪਾਸ ਹੋ ਰਹੀ ਹੈ? ਕਿਹੜੀ ਜੀ? ਮਹਿਲਾਵਾਂ ਨਾਲ ਜਿਹੜਾ ਵਾਅਦਾ ਕੀਤਾ। ਦੇਖੋ, ਹਜੇ ਅਸੀਂ ਬਿਜਲੀ ਵਾਲੀ ਗੱਲ, ਗਰੰਟੀ ਦੀ ਗੱਲ, ਸਰਕਾਰ ਨੇ ਆਲਮੋਸਟ ਉਹਦੀ ਤਿਆਰੀ ਕਰ ਲਈ ਹੈ। ਔਰ ਸਟੈਪ ਬਾਈ ਸਟੈਪ ਇੱਕ ਇੱਕ ਕਰਕੇ ਸਾਰੀਆਂ ਕਰਾਂਗੇ। 5 ਸਾਲ ਹੀ ਸਾਨੂੰ ਮੈਂਡੇਟ ਮਿਲਿਆ, ਪਰ ਇਹ ਨਹੀਂ ਕਹਿੰਦੇ ਅਸੀਂ ਹਰੇਕ ਵਾਅਦਾ ਜਿਹੜਾ ਪੰਜਾਬ ਨਾਲ ਕੀਤਾ ਪੂਰਾ ਕਰਾਂਗੇ। ਬਿਲਕੁਲ, ਇਸ ਨੂੰ ਮਾਲਵਿੰਦਰ ਸਿੰਘ ਕੰਗ ਜੀ ਨੇ ਸਾਫ਼ ਤੌਰ ਤੇ ਕਿਹਾ ਕਿ ਜਿੰਨੇ ਵਾਅਦੇ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਨੇ, ਕੁਝ ਵਾਅਦੇ ਵੱਡੇ ਵਾਅਦੇ ਨੇ ਜਿਹੜੇ ਪੂਰੇ ਵੀ ਕੀਤੇ ਗਏ ਨੇ, ਕਿਸਾਨਾਂ ਦੇ ਨਾਲ ਜਿਹੜੇ ਵਾਅਦੇ ਸੀ ਉਹ ਕੀਤੇ ਗਏ ਨੇ, ਪਰ ਨਾਲ ਜੋ ਵਾਅਦੇ ਰਹਿ ਗਏ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਚੀਜ਼ਾਂ ਨੂੰ ਥੋੜਾ ਸਮਾਂ ਲੱਗਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰ ਲਏ ਜਾਗੇ। ਸੰਗਰੂਰ ਅਗਰ ਜਿਮਣੀ ਚੋਣ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਕਿਹਾ ਕਿ ਸਾਡੇ ਕੈਂਡੀਡੇਟ ਦਾ ਕਿਸੇ ਕੈਂਡੀਡੇਟ ਦੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ, ਕਿ ਵੱਡੇ ਮਾਰਜਨ ਦੇ ਨਾਲ ਜਿੱਤ ਇੱਥੇ ਆਮ ਆਦਮੀ ਪਾਰਟੀ ਦੀ ਹੋਏਗੀ। ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।